रूस ने यूक्रेन ਦੇ ਉੱਤੇ ਹਮਲਾ ਕਰ ਦਿੱਤਾ ਔਰ ਸਾਡੇ ਇੰਡੀਆ ਦੇ 20,000 ਸਟੂਡੈਂਟ ਜਿਹੜੇ ਆ ਉੱਥੇ ਫਸ ਗਏ ਨੇ। ਇਸ ਸਮੇਂ ਉਹਨਾਂ ਦੀ ਸਥਿਤੀ ਬਹੁਤ ਜ਼ਿਆਦਾ ਖਰਾਬ ਹੈਗੀ ਆ। ਘਰੋਂ ਨਿਕਲ ਕੇ ਉਹ ਬੰਕਰ ਜਿਹੜੇ ਹੁੰਦੇ ਆ ਉਸ 'ਚ ਰਹਿਣ ਲਈ ਮਜਬੂਰ ਹੈਗੇ ਨੇ। ਔਰ ਇੰਨਾ ਹੀ ਨਹੀਂ, ਉਹਨਾਂ ਨੂੰ ਖਾਣ ਪੀਣ ਲਈ ਵੀ ਕੁਛ ਨਹੀਂ ਮਿਲ ਰਿਹਾ। ਜਦ ਇੰਡੀਅਨ ਜਿਹੜੇ ਗੌਰਮੈਂਟ ਹੈ ਕਾਫੀ ਹੈਲਪ ਕਰ ਰਹੀ ਹੈ ਉਹਨਾਂ ਨੂੰ ਲਿਆਉਣ ਵਿੱਚ, ਪਰ ਕਾਮਯਾਬੀ ਨਹੀਂ ਮਿਲ ਰਹੀ। ਸਾਡੇ ਨਾਲ ਬ੍ਰਿਗੇਡੀਅਰ KS ਕਾਹਲੋਂ ਸਾਹਿਬ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਜਾਣਦੇ ਆ ਵੀ ਅਜਿਹੀ ਸਥਿਤੀ ਵਿੱਚ ਉਹਨਾਂ ਨੂੰ ਕੀ ਲੱਗਦਾ ਔਰ ਇੰਡੀਅਨ ਗੌਰਮੈਂਟ ਨੂੰ ਕੀ ਸਟੈਪ ਚੱਕਣੇ ਚਾਹੀਦੇ ਆ। ਕਾਹਲੋਂ ਸਾਹਿਬ, ਪਹਿਲਾਂ ਤਾਂ ਤੁਹਾਡਾ ਦੈਨਿਕ ਸਵੇਰਾ ਤੇ ਸਵਾਗਤ ਹੈ। बहुत बहुत मेहरबानी दिनेश जी, थैंक यू वेरी मच। ਕਾਹਲੋਂ ਸਾਹਿਬ, ਇਸ ਟਾਈਮ ਸਥਿਤੀ ਬਹੁਤ ਜ਼ਿਆਦਾ ਖਰਾਬ ਹੈ। ਦੇਖੋ, ਯੂਕਰੇਨ ਤੇ ਜਿਹੜਾ ਹਮਲਾ ਕੀਤਾ ਹੈ ਪੂਰੇ ਵਰਲਡ ਤੇ ਉਸ ਦਾ ਅਸਰ ਪਿਆ। ਮਹਿੰਗਾਈ ਜਿਹੜੀ ਹੈ ਵਧਣੀ ਸ਼ੁਰੂ ਹੋ ਗਈ ਹੈ। ਹਾਲੇ ਜਿਹੜਾ ਮਤਲਬ ਕਿ ਲੜਾਈ ਹੈ ਉਹ ਜਾਰੀ ਹੈ। ਲੜਾਈ ਤੋਂ ਬਾਅਦ ਤਾਂ ਪਤਾ ਨਹੀਂ ਕਿੱਥੇ ਤੱਕ ਮਹਿੰਗਾਈ ਜਾਏਗੀ। ਪਰ ਹੁਣ ਅਸੀਂ ਜਿਹੜੀ ਚਰਚਾ ਕਰਨਾ ਚਾਹੁੰਦੇ ਹਾਂ ਉਹ 20,000 ਸਟੂਡੈਂਟ ਦੇ ਉੱਤੇ ਕਰਨਾ ਚਾਹੁੰਦੇ ਹਾਂ ਜਿਹੜੇ ਕਿ ਸਾਡੇ ਉੱਥੇ ਫਸ ਗਏ ਆ ਔਰ ਉਹਨਾਂ ਦੀ ਸਥਿਤੀ ਡੇ ਬਾਈ ਡੇ ਖਰਾਬ ਹੁੰਦੀ ਜਾ ਰਹੀ ਆ। ਉਹਨਾਂ ਨੂੰ ਅਸੀਂ ਕੱਢਣ ਲਈ ਕੀ ਸਟੈਪ ਚੱਕਣੇ ਚਾਹੀਦੇ ਆ? ਗੌਰਮੈਂਟ ਕਿਸ ਤਰ੍ਹਾਂ ਦੀ ਕੋਸ਼ਿਸ਼ ਕਰ ਸਕਦੀ ਆ ਜਾਂ ਰੂਸ ਅਤੇ ਯੂਕਰੇਨ ਸਾਡੀ ਕਿਸ ਤਰ੍ਹਾਂ ਦੀ ਹੈਲਪ ਕਰ ਸਕਦੇ ਆ? ਇਹ ਅਸੀਂ ਸੋਤੋਂ ਜਾਣਨਾ ਚਾਹੁੰਦੇ ਆ। ओके, वेरी गुड क्वेश्चन। रूस और यूक्रेन की स्थिति जो है ये बिगड़ते हालात काफ़ी लंबे अरसे से, कुछ महीनों से तो काफ़ी बदों बदतर हो गए। तो ਇਹਦਾ ਪਤਾ ਸੀਗਾ, ਭਾਰਤ ਨੂੰ ਵੀ ਪਤਾ ਸੀਗਾ, ਬਾਕੀ ਦੋਵਾਂ ਮੁਲਕਾਂ ਜਿੱਥੇ ਜੰਗ ਹੋ ਰਹੀ ਹੈ ਉੱਥੇ ਪਤਾ ਸੀਗਾ। ਔਰ ਸਾਡੇ ਖਾਸ ਤੌਰ ਤੇ ਬੱਚੇ ਜਿਹੜੇ ਗਏ ਨੇ ਉੱਥੇ ਪੜ੍ਹਨ ਗਏ ਨੇ, ਯੂਨੀਵਰਸਿਟੀਆਂ ਚੱਲ ਰਹੀਆਂ ਸਨ। ਦੇਖੋ, ਕੋਈ ਮੈਡੀਕਲ ਕਰ ਰਿਹਾ ਹੈ, ਕੋਈ ITI ਕਰ ਰਿਹਾ ਹੈ। ਤੋ ਇਹ ਮੈਂ ਸਮਝਦਾ ਹਾਂ ਕਿ ਇਹ ਸਥਿਤੀ ਨੂੰ ਭਾਰਤ ਦਾ ਇਹ ਖਾਸ ਤੌਰ ਤੇ ਆਪਣੀ ਸਰਕਾਰ ਦਾ ਕੇਂਦਰ ਸਰਕਾਰ ਦਾ ਇਹ ਫਰਜ਼ ਬਣਦਾ ਸੀ ਕਿ ਐਡਵਾਈਜ਼ਰੀ ਪਹਿਲੋਂ ਜਾਰੀ ਕਰੇ कि ये काम होने वाला है। जंग लड़नी है तो देखो, पुतिन ने स्पष्ट करता सी कि जंग होएगी तो उन्हें सबक सिखाना है। तो उन्हें सब यूक्रेन सिखाने का पहलों तो इस वास्ते अपने विद्यार्थियों वास्ते कोई बंदोबस्त, कोई प्लैनिंग, कोई सिस्टम होना चाहिए सीगा पहलों। इस गलों साडी भारत सरकार कमज़ोर स्थिति में रही है। हुण जदों कि जंग इस समय इस हालात में इतों तक करकीब के आले दुआले पहुँच चुकी है तो विद्यार्थी बेचारे की करन? ਹੁਣ ਉਹਨਾਂ ਨੂੰ ਦੇਖੋ, ਐਡਵਾਈਜ਼ਰੀ ਦਿੱਤੀ ਜਾ ਰਹੀ ਹੈ ਕਿ ਦੇ ਸ਼ੁੱਡ ਗੈਟ ਇਨ ਟੱਚ ਵਿਦ ਦੀ ਐਮਬੈਸੀ। ਉਹ ਵਿਚਾਰੇ ਸਿਸਟਮ ਸਾਰਾ ਕੋਲੈਪਸ ਹੁੰਦਾ ਜਾ ਰਿਹਾ। ਕਮਿਊਨੀਕੇਸ਼ਨ ਪਹਿਲੋਂ ਹੀ ਨੈਟਵਰਕ ਜਿਹੜੇ ਹਵਾਈ ਅੱਡੇ ਦੇ 14 ਨੇ, ਦੇਖੋ ਇਹਦੀ ਬਹੁਤ ਵੱਡੀ ਪਲੈਨਿੰਗ, ਸਟ੍ਰੈਟੇਜਿਕ ਪਲੈਨਿੰਗ ਇਹ ਰੂਸ ਦੀ ਰਹੀ ਹੈ। ਉਹਨੇ ਸਭ ਤੋਂ ਪਹਿਲੋਂ ਕਿ 14 ਦੇ 14 ਹਵਾਈ ਅੱਡੇ ਜਿਹੜੇ ਨੇ ਉਹਨਾਂ ਨੂੰ ਕਾਬੂ ਕਰਨ ਦੀ ਮਤਲਬ ਫਿਜ਼ੀਕਲੀ ਨਹੀਂ, ਉਹਨਾਂ ਦਾ ਕਮਿਊਨੀਕੇਸ਼ਨ ਨੈਟਵਰਕ, ਨਾ ਕੋਈ ਹਵਾਈ ਜਹਾਜ਼ ਆ ਸਕੇ ਨਾ ਟੇਕ ਆਫ ਕਰ ਸਕੇ। ਉਹਨੇ ਐ ਜੀ ਹਾਲਾਤ ਕਰ ਦਿੱਤੀ, ਉੱਥੇ ਕੋਈ ਨਾ ਜਹਾਜ਼ ਉਤਰ ਸਕਦਾ ਨਾ ਚੜ ਸਕਦਾ। ਬਿਲਕੁਲ। ਹੁਣ ਉਹ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਇਹਦਾ ਮਕਸਦ ਕਿ ਸਾਡੇ ਬੱਚੇ ਅਗਰ ਬਾਈ ਏਅਰ ਆਉਣ ਤੇ ਨਹੀਂ ਆ ਸਕਦੇ। ਜੇ ਕੱਢਣ ਵਾਸਤੇ ਸਾਡਾ ਏਅਰ ਇੰਡੀਆ ਦਾ ਹਵਾਈ ਜਹਾਜ਼ ਗਿਆ ਵੀ ਕੋਈ ਕਿਤੇ ਨਹੀਂ ਲੈਂਡ ਕਰ ਸਕਾ। ਹਾਲੇ ਕਿ ਗੱਲਬਾਤ ਪ੍ਰਾਈਮ ਮਿਨਿਸਟਰ ਮੋਦੀ ਨੇ ਪੁਤਿਨ ਨਾਲ ਵੀ ਗੱਲ ਕੀਤੀ ਹੈ, ਰਸ਼ੀਆ ਨਾਲ ਗੱਲ ਕੀਤੀ ਸੀ। ਮਗਰ ਉਹ ਬੱਚੇ ਜਿਹੜੇ ਫਸੇ ਨੇ ਉਹਨਾਂ ਦਾ ਕੀ ਕਸੂਰ ਹੈ? ਉੱਥੇ ਆਨਲਾਈਨ ਕਲਾਸਿਸ ਕਦੀ ਕਹਿੰਦੇ ਰਹੇ, ਕਦੀ ਕੋਈ, ਸੋ ਗੁੰਮਰਾਹ ਕੀਤਾ ਗਿਆ, ਉਹਨੂੰ ਠੀਕ ਸਥਿਤੀ ਬਾਰੇ ਨਹੀਂ ਦਿੱਤਾ ਗਿਆ। ਹੁਣ ਜਿਹੜੀ ਸਥਿਤੀ ਹੈ ਇਸ ਵੇਲੇ, ਕਿਉਂਕਿ ਬਾਈ ਇਹ ਤਾਂ ਕਿਤੇ ਜਾ ਨਹੀਂ ਸਕਦੇ, ਉੱਥੋਂ ਨਿਕਲ ਨਹੀਂ ਸਕਦੇ, ਬਾਕੀ ਮੁਲਕਾਂ ਦੇ ਉੱਥੇ ਹਵਾਈ ਜਹਾਜ਼ ਆ ਨਹੀਂ ਸਕਦੇ। ਲੈਂਡ ਰੂਟ ਵਾਸਤੇ ਹੁਣ ਇਹਨਾਂ ਨੇ ਹਾਲੈਂਡ, ਪੋਲੈਂਡ ਤੋਂ ਉਹ ਰੂਟ ਕੇ ਜ਼ਰੀਏ ਇਹਨਾਂ ਨੇ ਸੋਚਿਆ ਕਿ ਉੱਥੋਂ ਨਿਕਾਲਿਆ ਜਾਏ। ਉਹ ਕਿੱਦਾਂ, ਮਤਲਬ ਕਿ ਹਾਲੈਂਡ ਪੋਲੈਂਡ ਤੋਂ ਕਿੱਦਾਂ ਨਿਕਲ ਸਕਦੇ ਨੇ? ਉਹ ਦੇਖੋ, ਇਹ ਇੰਨਾ ਆਸਾਨ ਨਹੀਂ ਹੈਗਾ। ਜੋ ਤੇ ਨਜ਼ਦੀਕ ਹੈਗੇ ਨੇ, ਹਾਲੈਂਡ ਪੋਲੈਂਡ ਵੀ ਨਾਲ ਬਾਰਡਰ ਤੇ ਲੱਗਦਾ ਰਸ਼ੀਆ ਦੇ, ਜੋ ਤੇ ਨਜ਼ਦੀਕ ਹੈਗੇ ਨੇ, ਠੀਕ ਹੈ। ਸਟੂਡੈਂਟ ਦੀ ਮੈਂ ਗੱਲ ਕਰਾਂ, ਸਟੂਡੈਂਟ ਦਾ ਸਪਰੈਡ ਆਲ ਓਵਰ ਯੂਕਰੇਨ, ਕਈ ਯੂਨੀਵਰਸਿਟੀਆਂ ਕਈ ਜਗ੍ਹਾ ਤੇ ਅਲੱਗ-ਅਲੱਗ ਨੇ। ਉਹਨਾਂ ਨੂੰ ਪਹਿਲੋਂ ਇਕੱਠਿਆਂ ਕਰਕੇ ਇਸ ਇੱਕ ਸਿਕਿਉਰਡ ਪਲੇਸ ਤੇ ਲਿਜਾਣਾ ਬੜਾ ਜ਼ਰੂਰੀ ਹੈ, ਕਿਉਂਕਿ ਕਈ ਤੇ ਇਸ ਜੰਗ ਦੇ ਵਿੱਚ ਫਸ ਚੁੱਕੇ ਨੇ, ਇਹ ਵੀ ਦੱਸਣਾ ਚਾਹੁੰਦਾ ਕਈ। ਤੇ ਹੁਣ ਉਹਨਾਂ ਨੂੰ ਪਹਿਲਾਂ ਉੱਥੋਂ ਕੱਢਣਾ, ਲਿਆ ਕੇ ਤੇ ਫਿਰ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਆਉਣਾ, ਇਕੱਠਿਆਂ ਕਰਨਾ, ਉਹਨਾਂ ਨੂੰ ਸੁਵਿਧਾਵਾਂ ਦੇ, ਉਹਨਾਂ ਨੂੰ ਸਹੂਲਤਾਂ ਮਿਲ, ਉਹਨਾਂ ਦਾ ਖਾਣੇ ਪੀਣ ਦਾ ਬੰਦੋਬਸਤ। ਹੁਣ ਜਿਹੜੇ ਉੱਥੇ ਐਮਬੈਸੀ 'ਚ ਵੀ ਥੋੜ੍ਹੇ ਬਹੁਤੇ ਗਏ ਨੇ, ਕੁਛ 100, ਤੇ ਉਹਨਾਂ ਨੂੰ ਵੀ ਇੱਕ ਟਾਈਮ ਦਾ ਖਾਣਾ ਮਿਲ ਰਿਹਾ। ਬਿਲਕੁਲ ਸਰ। ਤੇ ਹੁਣ ਉਹਨਾਂ ਦੇ ਉੱਥੇ ਲਿਆਉਣ ਵਾਸਤੇ ਸੇਫ ਪੈਸੇ ਚਾਹੀਦਾ। ਜੰਗਾਂ 'ਚ ਮਿਲਦਾ, ਅਸੀਂ ਦੇਖਿਆ ਹੁੰਦਾ, ਕਰਦੇ ਆ ਤੇ ਹੁੰਦਾ ਰਿਹਾ ਵੀ। ਅਸੀਂ ਕੀਤਾ ਨਹੀਂ ਸੇਫ ਪੈਸੇ। ਦੇਖੋ, ਸੇਫ ਪੈਸੇ ਤੇ ਜਦੋਂ ਪਾਕਿਸਤਾਨ ਨਾਲ 71 ਦੀ ਜੰਗ ਹੋਈ ਹੈ ਤੇ ਉੱਥੇ
ਬੰਗਲਾਦੇਸ਼ ਬਣਨ ਤੋਂ ਪਹਿਲਾਂ ਸੇਫ ਪੈਸੇ ਦਿੱਤੇ ਗਏ, ਦਿੰਦੇ ਹਰ ਦਿੰਦੇ ਨੇ। ਵਰਲਡ ਵਾਰ 'ਚ ਵੀ ਹੋਇਆ। ਬਈ ਸਾਨੂੰ ਵੀ ਮਿਲ ਸਕਦਾ ਮਿਲ ਸਕਦਾ ਹੈ, ਪਰ ਦੋਨਾਂ ਮੁਲਕਾਂ ਦੀ ਰਜ਼ਾਮੰਦੀ ਦੇ ਨਾਲ, ਦੋਨਾਂ ਮੁਲਕਾਂ ਦੇ ਵਿੱਚ ਇਹ ਕਿਸਮ ਦੀ ਤੈਅ ਹੋਵੇ ਰੂਸ ਔਰ ਯੂਕਰੇਨ ਦੇ ਵਿੱਚ, ਇਹਨਾਂ ਦੇ ਦੋਵਾਂ ਦੇ ਲੀਡਰਾਂ ਨੂੰ, ਦੋਵੇਂ ਰਾਸ਼ਟਰਪਤੀ, ਕਿ ਭਾਈ ਇਹ ਤੇ ਬੱਚਿਆਂ ਨੂੰ ਤਾਂ ਕਮ ਸੇ ਕਮ, ਸਾਡੇ ਸਿਰਫ ਪੰਜਾਬ ਹਰਿਆਣਾ ਦੇ ਆਪਣੇ ਪੂਰੇ ਦੇਸ਼ ਦੇ ਨਹੀਂ, ਪੂਰੀ ਦੁਨੀਆ ਦੇ ਕਈ ਬੱਚੇ ਹੋਰ ਵੀ ਨੇ। ਠੀਕ ਹੈ, ਆਪਣਾ ਤਾਂ ਸਾਨੂੰ ਕੰਸਰਨ ਹੈਗਾ 20,000 ਸਟੂਡੈਂਟ ਦਾ, ਪਰ ਬਾਕੀ ਵੀ ਹੈ। ਇਸ ਵਾਸਤੇ ਇਹ ਇੱਕ ਵਿਸ਼ਵ ਭਰ ਦੀ ਸਮੱਸਿਆ ਬਣ ਚੁੱਕੀ ਹੈ। ਇੱਥੇ ਸਾਰੇ ਕੰਟਰੀਆਂ ਦੇ ਆਉਂਦੇ ਨੇ, ਸਾਡੇ ਬਾਕੀ ਮੁਲਕਾਂ 'ਚ ਵੀ ਜਾਂਦੇ ਨੇ। ਇਸ ਵਾਸਤੇ ਮੈਂ ਸਮਝਦਾ ਪਹਿਲੀ ਗੱਲ ਤੇ ਵੇ ਕਿ ਸੇਫ ਪੈਸੇ ਬਣਾਉਣ ਵਾਸਤੇ ਜੰਗ ਦੇ ਵਿੱਚ ਨਹੀਂ ਤਾਂ ਚੱਲ ਰਹੇ ਨੇ। ਉਹ ਤੁਹਾਡਾ ਇੱਕ ਪੱਤਰਕਾਰ ਫਸਿਆ ਫਿਰਦਾ। ਸੋ ਇਹ ਬੜੀ ਵੱਡੀ ਚੈਲੰਜ ਹੈਗਾ ਉਹਨਾਂ ਨੂੰ ਸੇਫ ਪੈਸੇ ਤੇ ਉੱਥੇ ਲਿਆਉਣਾ। ਪਹਿਲੀ ਗੱਲ ਹੈ ਸੇਫਟੀ ਇਜ਼ ਵੈਰੀ ਇੰਪੋਰਟੈਂਟ। ਫਿਰ ਉਹਨਾਂ ਦਾ ਵਾਸਤੇ ਜੇਕਰ ਸੇਫ ਪੈਸੇ, ਜਿੱਦਾਂ ਕਿ ਹੁਣ ਕੀ ਹੋ ਰਿਹਾ ਕਿ ਜਿਹੜੇ ਨਾਗਰਿਕ ਨੇ ਯੂਕਰੇਨ ਦੇ, ਉਹ ਪਲਾਇਨ ਕਰ ਰਹੇ ਨੇ ਉੱਥੋਂ ਦੀ ਕੰਟਰੀਆਂ 'ਚ। ਉਹ ਤੇ ਸਥਿਤੀ ਉਹ ਹੋ ਰਹੀ ਹੈ ਜਿਹੜੀ ਕਿ ਸਾਡੀ 71 ਦੇ ਜੰਗ ਦੇ ਵਿੱਚ ਬੰਗਲਾਦੇਸ਼ ਦੇ ਬੰਦ ਈਸਟ ਪਾਕਿਸਤਾਨ ਦੇ ਰਿਫਿਊਜੀ ਆਉਣੇ ਸ਼ੁਰੂ ਹੋ ਗਏ, ਤਾਂ ਹੀ ਜੰਗ ਹੋਈ। ਵੱਡੀ ਸੰਖਿਆ 'ਚ ਆ ਗਏ ਤੇ ਮੁਸੀਬਤ ਹਾਲੇ ਤੱਕ ਚਾਲੂ ਹੈ ਦੀ, ਤੇ ਹਾਲੇ ਤੱਕ ਮਸਲੇ ਹੱਲ ਨਹੀਂ ਹੋਏ। ਈਸਟਰਨ ਸਟੇਟ ਦੇ ਅਸਾਮ ਹੋਏ, ਮੇਘਾਲਿਆ ਹੋਏ, ਕੁਛ ਹੋਏ। ਸੋ ਇਸ ਵਾਸਤੇ ਸੇਫ ਪੈਸੇ ਮੈਂ ਸਮਝਦਾ ਇਸ ਵੇਲੇ ਸਿਕਿਉਰਿਟੀ ਇਜ਼ ਵੈਰੀ ਇੰਪੋਰਟੈਂਟ ਫॉर ਦੀ ਕੰਟਰੀ, ਫॉर ਦੀ ਚਿਲਡਰਨ, ਫॉर ਦੀ ਆਰ ਕੰਟਰੀ ਔਰ ਫॉर ਐਨੀਬੋਡੀ। ਪਰ ਆਪਣੇ ਸਾਨੂੰ ਆਪਣਾ ਹੈਗਾ ਸਭ ਤੋਂ ਵੱਡੇ ਪ੍ਰਾਇਰਟੀ। ਫਿਰ ਜਾ ਕੇ ਉਹ ਵੀ ਤਾਂ ਫਿਰ ਉਹਨਾਂ ਦੀ ਰਜ਼ੀਮਤ ਨਾਲ ਹੋਣੇ ਨੇ। ਕੋਈ ਮੁਲਕ ਉਹਨਾਂ ਨਾਲ ਗੱਲਬਾਤ ਚੱਲਦੀ ਹੈ, ਐਮਬੈਸੀਆਂ ਕੰਮ ਕਰ ਰਹੀਆਂ ਨੇ, ਪੋਲੈਂਡ ਹੋਏ, ਹਾਲੈਂਡ ਹੋਏ, ਹੋਰ ਮੁਲਕਾਂ ਦੇ ਕੇ ਉੱਥੇ ਜਾ ਕੇ ਫਿਰ ਉੱਥੇ ਤੇ ਹਵਾਈ ਜਹਾਜ਼ ਆ ਕੇ ਇਵੈਕੂਏਸ਼ਨ ਸ਼ੁਰੂ ਹੋਏ ਵੈਸੇ, ਮਗਰ ਉਹ ਥੋੜ੍ਹੀ ਹੈ, ਇਹ ਤਾਂ ਹਜ਼ਾਰਾਂ ਦੀ ਗਿਣਤੀ ਫਸੇ ਹੋਏ ਨੇ। ਇਸ ਵਾਸਤੇ ਸਭ ਤੋਂ ਵੱਡੀ ਜ਼ਰੂਰਤ ਜੋ ਹੈ ਕਿ ਸੇਫ ਪੈਸੇਜ, ਲੜਾਈ ਦੇ ਅੰਦਰ ਸੇਫ ਪੈਸੇਜ ਉਹਨਾਂ ਨੂੰ ਕੱਢਿਆ ਜਾਏ, ਉੱਥੋਂ ਇਕੱਠਿਆ ਕੀਤਾ ਜਾਏ, ਉਹਨਾਂ ਦੇ ਖਾਣ ਪੀਣ ਦਾ ਬੰਦੋਬਸਤ ਹੋਏ, ਉਹਨਾਂ ਨੂੰ ਪਾਣੀ ਮਿਲੇ, ਉਹਨਾਂ ਦੀਆਂ ਸੁਵਿਧਾਵਾਂ ਹੋਣ। ਜੇਕਰ ਉਹਨਾਂ ਦੇ ਕਮਿਊਨੀਕੇਸ਼ਨ ਹੀ ਕੱਟ ਆਫ ਨਹੀਂ, ਅੱਜ ਕੱਲ੍ਹ ਤੇ ਸਾਰਾ ਦਾਰੋ ਮਦਾਰ ਉਹ ਕਿੱਥੋਂ, ਉਹ ਸਾਰਾ ਅੱਜ ਕੱਲ੍ਹ ਤੇ ਉਹ ਸਾਰਾ ਕੁਛ ਇੱਕ ਮੋਬਾਈਲ ਦੇ ਵਿੱਚ ਸਭ ਕੁਝ ਬੰਦ ਕੀਤਾ ਗਿਆ। ਠੀਕ ਹੈ, ਉਹਨਾਂ ਕੋਲ ਦੇਖੋ ਉਹਦੇ ਵਾਸਤੇ ਜੇ ਤੁਹਾਡੇ ਕੋਲ ਉੱਥੇ ਸਾਈਬਰ ਕੈਫੇ ਬੰਦ ਪਏ ਨੇ, ਜੇ ਕਮਿਊਨੀਕੇਸ਼ਨ ਹੀ ਹੈ ਨਹੀਂ, ਔਨਲਾਈਨ ਕੋਈ ਗੱਲ ਨਹੀਂ ਹੋ ਸਕਦੀ, ਤਾਂ ਫਿਰ ਉਹ ਕੀ ਕਰਨਗੇ? ਉਹ ਕਿੱਦਾਂ ਕਾਂਟੈਕਟ, ਕਿੱਦਾਂ ਦੁੱਖ ਤਕਲੀਫਾਂ ਪੇਰੈਂਟਸ ਕਰ ਰਹੇ ਨੇ, ਇੱਥੋਂ ਪੇਰੈਂਟਸ ਕਰ ਰਹੇ ਨੇ ਉਹਨਾਂ ਨਾਲ ਕਾਂਟੈਕਟ, ਕਿਉਂਕਿ ਬੱਚਿਆਂ ਵਾਸਤੇ ਬੜਾ ਮੁਸ਼ਕਿਲ ਹੈ। ਉਹਨਾਂ ਦਾ ਜੈਨ ਸਲਾਮਤੀ ਦੇ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਨੂੰ ਦੇ ਖਾਣ ਪੀਣ ਦੀ ਸਹੂਲਤਾਂ ਰਹਿਣ ਦੀਆਂ, ਅਤੇ ਕਿਸ ਤਰੀਕੇ ਨਾਲ ਇਹਨਾਂ ਦੇ ਬਿਮਾਰੀਆਂ ਪੈਦਾ ਹੋਣਗੀਆਂ। ਤਾਂ ਠੀਕ ਹੈ, ਇਸ ਵਾਸਤੇ ਮੈਂ ਸਮਝਦਾ ਹਾਂ ਕਿ ਦੋਵਾਂ ਮੁਲਕਾਂ ਨੂੰ ਜੰਗ ਦੇ ਵਿੱਚ ਉਹਨਾਂ ਨੂੰ ਕੌਨਫੀਡੈਂਸ ਲੈਣਾ, ਭਰੋਸੇ ਲੈਣਾ, ਔਰ ਆਪਣੇ ਮੁਲਕ ਦੀ ਚਿੰਤਾ ਬਹੁਤ ਵੱਡੀ ਚਿੰਤਾ ਹੈ। ਇਹ ਸਰ ਕੱਲ੍ਹ ਸਰ ਮੈਂ ਵਿੱਚ ਟੋਕ ਰਿਹਾ, ਐਸੀ ਕੁਝ ਅਜਿਹਾ ਵੀ ਕਰ ਸਕਦੇ ਆ ਜਿੱਦਾਂ ਹੁਣ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ ਸਾਡੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕੀਤੀ, ਸਾਡੇ ਪ੍ਰਧਾਨ ਮੰਤਰੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਜੀ ਨਾਲ ਗੱਲ ਕੀਤੀ, ਕਿ ਇੱਦਾਂ ਵੀ ਹੋ ਸਕਦਾ ਵੀ ਕੁਝ ਸਮੇਂ ਲਈ ਜੰਗ ਰੁਕ ਜੇ, ਤਾਂ ਕਿ ਜਿਹੜੇ ਬਾਹਰਲੇ ਨਾਗਰਿਕ ਉੱਥੋਂ ਨਿਕਲਣਾ ਚਾਹੁੰਦੇ ਆ ਉਹ ਨਿਕਲਣ ਸਕਣ। ਕੋਈ ਟਾਈਮ ਪੀਰੀਅਡ ਇੱਦਾਂ ਵੀ ਹੋ ਸਕਦਾ ਵੀ ਹਾਂ ਯਾਰ ਦੋਨੋਂ ਮਿਲ ਕੇ ਕੋਈ ਸੀਜ਼ ਫਾਇਰ ਕੁਝ ਘੰਟਿਆਂ ਲਈ ਜਾਂ ਕੁਝ ਸਮੇਂ ਲਈ ਕਰ ਦੇਣ, ਜਿਸ ਕਰਕੇ ਸਾਡੇ ਲੋਕ ਉੱਥੋਂ ਸੇਫਲੀ ਜਿਹੜਾ ਬਾਹਰ ਨਿਕਲ ਸਕਣ। ਬਿਲਕੁਲ, ਬਹੁਤ ਵਧੀਆ ਸਵਾਲ ਤੁਹਾਡਾ, ਕਿ ਇਸ ਵੇਲੇ ਯੂਕਰੇਨ ਦੇ ਰਾਸ਼ਟਰਪਤੀ ਨੇ ਸਾਡੇ ਪ੍ਰਧਾਨ ਮੰਤਰੀ ਤੋਂ ਮਦਦ ਵੀ ਮੰਗੀ ਹੈ। ਠੀਕ ਹੈ, ਮਤਲਬ ਚਾਹੁੰਦਾ ਕਿ ਸਾਡਾ ਸਾਥ ਦੇਣ। ਬਿਲਕੁਲ, ਤੇ ਉਹ ਸਾਥ ਉਹਨਾਂ ਨੂੰ ਕਹੋ ਕਿ ਇਹ ਸਾਡਾ ਸਾਥ ਤੁਸੀਂ ਦਿਓ ਪਹਿਲੋਂ, ਕਿ ਇਹ ਦੋਵੇਂ ਆਪਸ ਵਿੱਚ ਗੱਲਬਾਤ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਹੋਵੇ। ਉਹ ਵੱਡੀ ਗੱਲ ਹੈ ਕਿ ਬਾਅਦ 'ਚ ਬਾਤਚੀਤ ਹੋਵੇ। ਫਿਲਹਾਲ ਲੋੜ ਹੈਗੀ ਹੈ ਕਿ ਦੋਵੇਂ ਸਹਿਮਤੀ ਪ੍ਰਗਟਾਉਣ ਕਿ ਭਾਈ ਅਸੀਂ ਬਾਕੀ ਨਾਗਰਿਕਾਂ ਦੀ ਸੇਫਟੀ ਕੈਸੇ ਕਰਨੀ ਹੈ। ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ ਨੇ, ਇਹ ਹਿਊਮਨ ਰਾਈਟਸ ਵਾਇਲੇਸ਼ਨ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਜੇਕਰ ਉੱਥੇ ਕੋਈ ਵੀ ਨਾਗਰਿਕ, ਕੋਈ ਵੀ ਬੱਚਾ ਕਿਸੇ ਵੀ ਦੇਸ਼, ਕਿਸੇ ਵੀ ਕੌਮ, ਕਿਸੇ ਵੀ ਧਰਮ ਦਾ ਫਸਿਆ, ਉਹਨੂੰ ਜਾਂ ਲੜਾਈ ਦੇ ਵਿੱਚ ਕੋਈ ਜ਼ਖਮੀ ਹੋ ਜਾਂਦਾ, ਤੇ UN ਤੇ ਉਹ ਕਨਵੈਨਸ਼ਨ ਬਣੀਆਂ ਨੇ, ਦੇਖੋ ਜਨੇਵਾ ਕਨਵੈਨਸ਼ਨ ਦੇ ਵਿੱਚ ਸਭ ਕੁਝ ਦਿੱਤਾ ਹੈ। ਉਹ ਫਿਰ ਉਸ ਕਿਸਮ ਦੀ ਸਥਿਤੀ ਪੈਦਾ ਕਰਕੇ ਉਹਦੇ ਝੰਡੇ ਲਾ ਕੇ, ਰੈੱਡ ਕਰਾਸ ਨੇ, ਹਵਾਈ ਜਹਾਜ਼ ਵੀ ਉੱਦਾਂ ਦੇ ਨੇ ਪੇਂਟਡ, ਉਹ ਉਹਨਾਂ ਦੇ ਨਾਲ ਇਨਵੋਲਵ ਕਰਕੇ ਸਿਕਿਉਰਿਟੀ ਕਾਊਂਸਲ ਦਾ ਬਹੁਤ ਵੱਡਾ ਰੋਲ ਹੈ ਇਸ ਵੇਲੇ, ਯੂਨਾਈਟਿਡ ਸਿਕਿਉਰਿਟੀ ਕਾਊਂਸਲ ਦਾ। ਉਹ ਐਫਰਟਸ ਕਰ ਰਹੇ ਨੇ, ਪਰ ਉਹ ਐਫਰਟਸ ਹੁਣ ਆਹ ਦੋ ਕੰਟਰੀ ਪਹਿਲੋਂ ਸਹਿਮਤ ਹੋਣ। ਪੁਤਿਨ ਤੇ ਦੇਖੋ ਉਹਦਾ ਇਰਾਦਾ ਬੜਾ ਸਪਸ਼ਟ ਹੈ ਕਿ ਉਹਨੇ ਇਹ ਕੰਮ ਕਰਨਾ ਹੀ ਕਰਨਾ ਹੈ, ਉਹਨੇ ਉੱਥੇ ਰਾਜਨੀਤਿਕ ਬਦਲਾਅ ਕਰਨਾ ਹੀ ਕਰਨਾ ਹੈ। ਠੀਕ ਹੈ, ਪਰ ਉਹ ਠੀਕ ਹੈ, ਉਸ ਹੁਣ ਇਸ ਵੇਲੇ ਜਦੋਂ ਤੱਕ ਘੇਰਾਬੰਦੀ ਤੇ ਹੋ ਚੁੱਕੀ ਹੈ ਉਹਦੀ, ਤੇ ਹੁਣ ਤੇ ਥੋੜ੍ਹੀ ਦੇਰ ਰੁਕ ਜਾਓ, ਵੀ ਕਾਲ ਇਟ ਲਲ ਇਨ ਦੀ ਬੈਟਲ। ਉਹ ਹੁੰਦਾ ਤੇ ਉਹ ਥੋੜ੍ਹਾ ਜਿਹਾ ਇਹ ਸਹਿਮਤੀ ਨਾਲ ਹੋ ਸਕਦਾ। ਜੇ ਕਹੇ ਇਕੱਲਾ ਰੂਸ ਜਾਂ
ਯੂਕਰੇਨ ਕਹਦੇ ਉਹਦਾ ਤੇ ਰਾਸ਼ਟਰਪਤੀ ਫੌਜੀ ਵਰਦੀ 'ਚ ਉਹਨੇ ਕਿਹਾ ਤੇ ਆਪਣੇ ਨਾਗਰਿਕਾਂ ਨੂੰ ਤਿਆਰ ਹੋ ਜਾਓ, ਹਥਿਆਰ ਇਸ਼ੂ ਕਰ ਦਿਓ। ਦੇਖੋ ਇਹ ਵੀ ਤੇ ਹਥਿਆਰ ਇਸ਼ੂ ਕਰ ਦਿਓ ਕਿ ਜਿਹੜੇ ਕਿ ਇਲ ਟ੍ਰੇਨਡ ਬੱਚੇ ਜਿਹੜੇ ਕਿ ਬੱਚੇ ਪੜ੍ਹ ਰਹੇ ਨੇ, ਠੀਕ ਹੈ, ਇੱਕ ਜੋਸ਼ ਪੈਦਾ ਕੀਤਾ ਜਾ ਰਿਹਾ, ਇੱਕ ਲੀਡਰਸ਼ਿਪ ਦੇ ਬੜੇ ਵੱਡੇ ਚੰਗੇ ਟ੍ਰੇਟਸ ਹੁੰਦੇ ਨੇ ਕਿ ਇਹੋ ਜਿਹੇ ਮੌਕੇ ਦੇ ਉੱਤੇ ਜੇ ਮੈਂ ਕਮਾਂਡਰ ਹੋਣ ਦੇ ਨਾਤੇ ਇੱਕ ਯੂਨਿਟ ਕਮਾਂਡ ਕਰ ਰਿਹਾ ਜਾਂ ਇੱਕ ਪਲਟੂਨ ਕਮਾਂਡਰ ਹਾਂ, ਤੇ ਜੇ ਮੈਂ ਹੀ ਪਿੱਛੇ ਹਟ ਗਿਆ ਤੇ ਜਵਾਨ ਕਿੱਦਾਂ ਜਾਣਗੇ ਅੱਗੇ, ਤੇ ਲੱਗਣਾ ਪੈਂਦਾ। ਤੇ ਬੜੀ ਅੱਛੀ ਗੱਲ ਹੈ ਉਹਦੀ, ਪਰ ਆਹ ਗੱਲ ਕਰਨੀ ਉਹਦੇ ਬਹੁਤ ਜ਼ਰੂਰੀ ਹੈ। ਤੇ ਉਹਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੀਦਾ ਉੱਥੇ ਗੱਲ ਕਰਨ, ਤੇ ਉਹਨੂੰ ਚਾਹੀਦਾ ਗੱਲ ਬਣ ਜਾਏ ਤੇ ਥੋੜ੍ਹੀ ਦੇਰ ਵਾਸਤੇ ਅਟੈਕਰ ਤੇ ਰਸ਼ੀਆ ਜੋ ਕਰ ਰਿਹਾ ਉਹ ਤੇ ਜਵਾਬ ਦੇ ਰਿਹਾ ਅੱਗੋਂ, ਉਹ ਤਾਂ ਬਚਾਅ ਦੀ ਉਹ ਬਚਾਓ, ਪਰ ਉਹ ਅੱਗੋਂ ਤਾਂ ਫਿਰ ਫਾਇਰਿੰਗ ਹੁੰਦੀ ਹੈ। ਨੁਕਸਾਨ ਕਿਹਦਾ ਹੋ ਰਿਹਾ? ਮੈਂ ਜਿਹੜੀ ਗੱਲ ਕੀਤੀ ਜਨੇਵਾ ਕਨਵੈਨਸ਼ਨ ਦੀ, ਨੁਕਸਾਨ ਉੱਥੇ ਕਹਿੰਦਾ ਸੀ ਠੀਕ ਹੈ, ਰਸ਼ੀਆ ਪੁਤਿਨ ਨੇ ਕਿਹਾ ਸੀ ਕਿ ਮੈਂ ਸਿਰਫ ਮਿਲਟਰੀ ਟਾਰਗੇਟ ਲੈਣਾ, ਪਰ ਮਿਲਟਰੀ ਟਾਰਗੇਟ ਦੇ ਨਾਲ ਨਾਲ ਉੱਥੇ ਤਬਾਹੀ ਤੇ ਸਿਵਲੀਅਨ ਦੀ ਹੋ ਰਹੀ ਹੈ। ਉਹ ਬਹੁਤ ਜ਼ਿਆਦਾ ਹਿਊਮਨ ਰਾਈਟ ਵਾਇਜ਼ ਜਨੇਵਾ ਕਨਵੈਨਸ਼ਨ ਲਾਗੂ ਨਹੀਂ ਹੁੰਦੀਆਂ। ਤੇ ਉਸ ਵੇਲੇ ਇਹ ਜਿਹੜਾ UN ਸਿਕਿਉਰਿਟੀ ਕਾਊਂਸਲ ਹੈ, ਠੀਕ ਹੈ, ਉਹਨਾਂ ਨੇ ਹੁਣ ਰੈਜ਼ੋਲੂਸ਼ਨ ਪਾਸ ਕੀਤਾ, ਸਾਡੀ ਰਿਪਰੈਜ਼ੈਂਟੇਸ਼ਨ ਵੀ ਨਹੀਂ ਹੋਈ, ਉਹਨੇ ਕਿਹਾ ਇੰਡੀਆ ਨਹੀਂ ਆਇਆ, ਚਾਈਨਾ ਦੀ ਵੀ ਨਹੀਂ ਹੋਈ, ਤੋ ਇੱਕ ਨਿਊਟਰਲ ਜਿਹਾ ਪੱਖ ਲਿਆ ਜਾ ਰਿਹਾ। ਤੇ ਉਹ ਕਹਿੰਦੇ ਨੇ ਉਹਨੂੰ ਕਿਹਾ ਕਿ ਤੁਸੀਂ ਆਪਣਾ ਪੱਖ ਸਪਸ਼ਟ ਕਰੋ, ਤੇ ਮੋਦੀ ਜੀ ਨੂੰ ਚਾਹੀਦਾ ਪੱਖ ਤੇ ਸਪਸ਼ਟ ਕਰਨ, ਉੱਥੇ ਜਾ ਕੇ ਇਹ ਦੱਸਣ ਕਿ ਆਹ ਜਿਹੜਾ ਕੰਮ ਹੋ ਰਿਹਾ ਹਿਊਮਨ ਰਾਈਟ ਵਾਇਲੇਸ਼ਨ ਦਾ, ਇਹਨੂੰ ਪਹਿਲੋਂ ਸੁਲਝਾਇਆ ਜਾਏ। ਬਿਲਕੁਲ ਸਭ ਤੋਂ ਅਗਰ ਇਹ ਸੁਲਝ ਜਾਂਦਾ ਹੈ, ਅਗਰ ਇਹ ਬਣ ਜਾਂਦੇ ਨੇ ਥੋੜ੍ਹੀ ਦੇਰ ਵਾਸਤੇ ਵੀ, ਥੋੜ੍ਹੇ ਸਮੇਂ ਵਾਸਤੇ ਇਹ ਸੇਫ ਪੈਸੇ ਮਿਲ ਜੇ, ਇਹ ਲੜਾਈ ਬੰਦ ਹੋ ਜਾਏ, ਤੇ ਫਿਰ ਆਪੇ ਅੱਗੇ ਕਾਰਵਾਈ ਹੋ ਜਾਏਗੀ। ਕਾਲੂ ਸਾਹਿਬ, ਜਿੱਦਾਂ ਤੁਸੀਂ ਕਿਹਾ, ਉਹ ਇਹ ਗੱਲ ਸਭ ਨੂੰ ਪਤਾ ਹੈ ਵੀ ਸਾਡੀ ਸਰਕਾਰ ਇਸ ਮਾਮਲੇ 'ਚ ਫੇਲ ਸਾਬਿਤ ਹੋਈ ਹੈ। ਸਾਡੀ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰਨ 'ਚ ਦੇਰੀ ਕੀਤੀ ਹੈ। ਪਰ ਕਾਲੂ ਸਾਹਿਬ, ਜਿਹੜੇ ਸਾਡੇ ਸਟੂਡੈਂਟ 20,000 ਸਟੂਡੈਂਟ ਜਿਹੜੇ ਯੂਕਰੇਨ ਵਿੱਚ ਸਟੱਡੀ ਕਰ ਰਹੇ ਨੇ, ਚਾਹੇ ਕੰਮ ਕਰ ਰਹੇ ਨੇ, ਚਾਹੇ ਕਿਸੇ ਵੀ ਸਥਿਤੀ ਵਿੱਚ ਉੱਥੇ ਰਹਿ ਰਹੇ ਨੇ, ਉਹਨਾਂ ਨੂੰ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਸਥਿਤੀ ਦਾ ਜ਼ਿਆਦਾ ਬਿਹਤਰ ਪਤਾ ਸੀ? ਉਹਨਾਂ ਨੂੰ ਵੀ ਪਤਾ ਤਾਂ, ਕਿਉਂਕਿ ਪੂਰੇ ਵਰਲਡ ਵਿੱਚ ਮੈਸੇਜ ਤਾਂ ਲਗਾਤਾਰ ਚੱਲ ਰਿਹਾ ਸੀ, ਉਹ ਤਾਂ ਉੱਥੇ ਭੁਗਤ ਭੋਗੀ ਹੈ, ਉਹਨਾਂ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਪਤਾ ਸੀਗਾ ਵੀ ਹਾਂ ਯਾਰ ਹੁਣ ਸਾਨੂੰ ਇੱਥੋਂ ਨਿਕਲ ਜਾਣਾ ਚਾਹੀਦਾ ਹੈ। ਚਾਹੇ ਸਰਕਾਰ ਦੀ ਐਡਵਾਈਜ਼ਰੀ ਦੀ ਉਹਨਾਂ ਨੇ ਕਿਉਂ ਵੇਟ ਕੀਤੀ? ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਉਹਨਾਂ ਦੀ ਵੀ ਜਿਹੜੀ ਉਹ ਹੈ ਨਲਾਇਕੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ? ਵੈਰੀ ਗੁੱਡ ਐਂਡ ਇੰਟੈਲੀਜੈਂਟ ਕੁਐਸਚਨ। ਦੇਖੋ ਇਸ ਵੇਲੇ ਬੱਚੇ ਜੋ ਹੈ ਨਾ, ਜਿੰਨੇ ਪੜ੍ਹ ਰਹੇ ਨੇ, ਸਟੂਡੈਂਟ ਖਾਸ ਤੌਰ ਨੌਜਵਾਨ ਵਰਗ, ਬਿਲਕੁਲ ਉਹ ਨੈੱਟ ਤੇ ਸਭ ਕੁਝ ਲੱਭ ਲੈਂਦੇ ਨੇ, ਦੁਨੀਆ ਭਰ 'ਚ ਕੀ ਹੋ ਰਿਹਾ ਉਹ ਤੁਰੰਤ ਬਟਨ ਦਬਾਉਂਦੇ ਪਤਾ ਲੱਗ ਜਾਂਦਾ। ਤੇ ਉਹਨਾਂ ਨੂੰ ਪਤਾ ਨਹੀਂ, ਪਤਾ ਤੇ ਹੈਗਾ ਸੀ, ਪਤਾ ਹੁੰਦਾ ਉਹ ਜ਼ਿਆਦਾ, ਬਲਕਿ ਉਹ ਪੁਤਿਨ ਤੋਂ ਜ਼ਿਆਦਾ ਪਤਾ ਤੇ ਉਹਨਾਂ ਨੂੰ ਹੋਣਾ ਚਾਹੀਦਾ ਸੀਗਾ। ਬਿਲਕੁਲ, ਜੋ ਕਿ ਯੂਕਰੇਨ ਵਿੱਚ ਹੋ ਰਿਹਾ ਵਾਪਰਦੇ, ਉਹਨਾਂ ਦੇ ਤਾਂ ਘੜੀ ਘੜੀ ਦੀ ਇਨਫੋਰਮੇਸ਼ਨ ਉਹਨਾਂ ਕੋਲ ਸਾਰਾ ਹੀ ਸਿਸਟਮ ਹੈਗਾ, ਠੀਕ ਹੈ, ਨੈੱਟ ਤੇ ਸਭ ਕੁਝ ਮਿਲ ਜਾਂਦਾ। ਤੁਸੀਂ ਹੁਣ ਪੁੱਛ ਲਓ ਕਿ ਉੱਥੇ ਪਰਮਾਣੂ ਸ਼ਕਤੀ ਕਿੱਥੇ, ਉਹਨਾਂ ਕੋਲ ਕਿੱਥੇ ਹਥਿਆਰ ਨੇ, ਕਿਹਦੇ ਕੋਲ ਨੇ, ਕਿੰਨਾ ਹੈ, ਸਭ ਕੁਝ ਦੱਸ ਦੇਣਗੇ। ਕਿੰਨੀਆਂ ਫੌਜਾਂ ਨੇ ਉਹ ਦੱਸ ਦੇਣਗੇ ਤੁਹਾਨੂੰ ਕਿ ਇਸ ਵੇਲੇ ਯੂਕਰੇਨ ਦੀਆਂ ਫੌਜਾਂ ਜਾਂ ਬਹੁਤ ਘੱਟ ਗਿਣਤੀ 'ਚ ਨੇ, ਉਹਦੇ ਮੁਕਾਬਲੇ 'ਚ 5-6 ਗੁਣਾ ਘੱਟ ਨੇ। ਤੇ ਸਭ ਕੁਝ ਹੈਗਾ ਅੱਜ ਕੱਲ੍ਹ ਤਾਂ। ਉਹਨਾਂ ਨੂੰ ਚਾਹੀਦਾ ਸੀਗਾ, ਬੱਚਿਆਂ ਨੂੰ ਵੀ ਚਾਹੀਦਾ ਸੀਗਾ, ਉਹ ਵੀ ਇੱਥੇ ਟਿਕੇ ਰਹੇ। ਕਿਉਂ ਟਿਕੇ ਰਹੇ? ਉਹ ਇੱਕ ਤਾਂ ਯੂਨੀਵਰਸਿਟੀਆਂ ਪੜ੍ਹਾਉਂਦੀਆਂ ਰਹੀਆਂ, ਭਾਵੇਂ ਔਨਲਾਈਨ ਪੜ੍ਹਾਉਂਦੇ, ਔਨਲਾਈਨ ਤਾਂ ਸਭ ਕੁਝ ਮਿਲ ਜਾਂਦਾ ਤੇ ਨੈੱਟ 'ਤੇ ਸਭ ਕੁਝ ਮਿਲ ਜਾਂਦਾ, ਉਹ ਕਰਦੀਆਂ ਰਹੀਆਂ। ਤੇ ਉਹਨਾਂ ਨੇ ਵੀ ਸੋਚਿਆ ਹੋਣਾ, ਹੁਣ ਮੈਨੂੰ ਨਹੀਂ ਪਤਾ ਕਿ ਐਗਜ਼ੈਕਟ, ਪਰ ਉਹ ਸੋਚਿਆ ਹੋਣਾ ਕਿ ਚਲੋ ਵੀ ਜਿਹੜਾ ਆਖਰੀ ਸਾਲ ਤੱਕ ਅਸੀਂ ਹੁਣ ਡਿਗਰੀ ਲੈ ਲਈ, MBBS ਡਾਕਟਰ ਬਣ ਜਾਈਏ, ਅਤੇ ਅਸੀਂ ਇਹ ਕਿਸੇ ਤਰੀਕੇ ਨਾਲ, ਜਿੱਦਾਂ ਕਿ ਹੁਣ ਹੋ ਰਿਹਾ ਕਰੋਨਾ ਦੇ ਟਾਈਮ 'ਤੇ ਆਪਣੇ ਦੇਸ਼ ਵਿੱਚ ਹੋਇਆ ਕਿ ਇਮਤਿਹਾਨ ਭਾਈ ਇੱਦਾਂ ਔਨਲਾਈਨ ਚੱਲਦਾ ਰਿਹਾ, ਔਨਲਾਈਨ, ਤੇ ਉਹ ਵੀ ਕਰ ਸਕਦੇ ਸੀ, ਪਰ ਅਸੀਂ ਆਪਣੇ ਔਨਲਾਈਨ ਕਿਤੇ ਵੀ ਕਰਦੇ ਜਾ ਕੇ। ਬਾਅਦ 'ਚ ਉਹਨਾਂ ਨੂੰ ਸਸਪੈਂਡ ਕਰਨੀ ਚਾਹੀਦੀ ਸੀ, ਅਤੇ ਇਹਨਾਂ ਨੂੰ ਜ਼ੋਰ ਲਾਉਣਾ ਚਾਹੀਦਾ ਯੂਨੀਵਰਸਿਟੀਆਂ ਅਧਿਆਪਕਾਂ ਦੇ ਉੱਤੇ ਕਿ ਸਾਨੂੰ ਇਜਾਜ਼ਤ ਦਿੱਤੀ ਜਾਏ, ਜਿੱਦਾਂ ਕਰੋਨਾ 'ਚ ਹੋਇਆ, ਤੇ ਅਸੀਂ ਆਪਣੇ ਮੁਲਕ ਜਾ ਕੇ ਇਹ ਸਾਰਾ ਸਿਸਟਮ ਤਿਆਰ ਫਿਰ ਆ ਜਾਵਾਂਗੇ। ਤੇ ਉਹਨਾਂ ਦੀ ਫੀਸਾਂ ਦਿੱਤੀਆਂ ਨੇ, ਸਭ ਕੁਝ ਹੋਇਆ, ਤੇ ਉਹਨਾਂ ਦੀ ਉੱਥੋਂ ਤੱਕ ਪੜ੍ਹਾਈ ਦੇ ਉਹ ਤੋਂ ਬਾਅਦ ਹੋ ਜਾਏ। ਇਹਨਾਂ ਨੂੰ ਵੀ ਕਰਨਾ ਚਾਹੀਦਾ, ਇਹ 'ਚ ਕੋਈ ਸ਼ੱਕ ਨਹੀਂ। ਹੁਣ ਕੀਤਾ ਕਿ ਨਹੀਂ ਕੀਤਾ, ਹੁਣ ਤੇ ਪਛਤਾ ਰਹੇ ਹੋਣਗੇ, ਪਰ ਇਹੋ ਹੀ ਹੋਏਗਾ ਉਹਨਾਂ ਦਾ ਕਿ ਕੁਝ ਨਹੀਂ ਹੋਏਗਾ, ਕੁਝ ਨਹੀਂ। ਕਿੱਦਾਂ ਉਹਨਾਂ ਦੇ ਬੱਚਿਆਂ ਦੀ ਸੋਚ ਤੇ ਅਲੱਗ ਹੁੰਦੀ ਹੈ, ਥੋੜ੍ਹੀ ਜਿਹੀ ਵਿਜ਼ਨ ਇੰਨਾ ਵੱਡਾ ਨਹੀਂ ਹੁੰਦਾ, ਪਰ ਇਨਫੋਰਮੇਸ਼ਨ ਇਜ਼ ਅਵੇਲੇਬਲ। ਔਰ ਲੜਾਈ ਦੇ ਵਿੱਚ ਸਾਈਕੋਲੋਜੀਕਲ ਵਾਰਫੇਅਰ, ਇਨਫੋਰਮੇਸ਼ਨ ਵਾਰਫੇਅਰ ਬਹੁਤ ਵੱਡਾ ਕੰਮ ਕਰਦੀ ਹੈ ਕਿ ਆਹ ਹੋ ਗਿਆ, ਇਹ ਵੀ ਇਹ ਸਪਰੈਡ ਕੀਤੀ ਜਾਂਦੀ ਹੈ ਰਿਊਮਰ ਕਿ ਯੂਕਰੇਨ ਨੇ 6 ਹਵਾਈ ਜਹਾਜ਼ ਗਿਰਾਤੇ, ਰਸ਼ੀਆ ਦੇ ਇੰਨੇ ਟੈਂਕ ਬਰਬਾਦ ਕਰਤੇ, ਤੋਪਾਂ ਨਹੀਂ ਆਉਂਦੀਆਂ, ਮਿਸਾਈਲ, ਕਰੂਜ਼ ਮਿਸਾਈਲ, ਇਨਫੈਕਟ ਜੋ ਮਰਜ਼ੀ ਕਰੀ ਜਾਓ, ਇਤਨੇ ਬੰਦੇ ਮਾਰੇ, ਇਤਨੀ ਸਾਰੀ ਵਾਰਫੇਅਰ ਹੁੰਦਾ ਹੈ। ਸੁਰੈਂਡਰ ਜਦੋਂ ਕੀਤਾ ਗਿਆ ਬੰਗਲਾਦੇਸ਼ ਨੇ,
ਤੇ ਉਹ ਵੀ ਪ੍ਰੈਸ਼ਰ ਪਿਆ। ਉਹ ਕੀ ਸੀਗਾ, ਉਹ ਵੀ ਇਨਫੋਰਮੇਸ਼ਨ ਵਾਰਫੇਅਰ ਸੀਗੀ, ਠੀਕ ਹੈ ਨਾ, ਸਾਈਕੋਲੋਜੀਕਲ ਵਾਰਫੇਅਰ, ਕਿ ਜੋ ਕੋਈ ਹੁਣ ਤੁਸੀਂ ਜਿਹੜੇ ਫੜੇ ਗਏ ਉਹਦੇ ਬੁਰੀ ਹਾਲਤ ਉਸੇ ਸਾਡਾ ਤੇ ਹਾਲਾਂਕਿ ਜਿਨੇਵਾ ਕਨਵੈਨਸ਼ਨ ਦੇ ਤੌਰ 'ਤੇ ਅਸੀਂ ਉਹਨਾਂ ਨੂੰ ਜਿਸ ਤਰੀਕੇ ਨਾਲ ਲੁੱਕ ਆਫਟਰ ਕੀਤਾ 93,000, ਮੈਂ ਤਾਂ ਇਹ ਮੁੱਦਾ ਵਿੱਚ ਲਿਆ ਰਿਹਾ ਕਿ ਇਹ ਬਹੁਤ ਵੱਡੀ ਇਨਫੋਰਮੇਸ਼ਨ ਵਾਰਫੇਅਰ ਹੈ ਜੋ ਕਿ ਇਹ ਕਰਨੀ ਚਾਹੀਦੀ ਸੀ। ਉਹਨਾਂ ਤੇ ਅਸੀਂ ਲੁੱਕ ਆਫਟਰ ਕੀਤਾ ਜਿੱਦਾਂ ਕਿ ਇੱਕ ਆਪਣੇ ਨਾਗਰਿਕ ਨੂੰ ਆਪਣੇ ਜੰਗੀ ਕੈਦੀ ਦਾ ਸਾਡਾ ਹੋਣਾ ਚਾਹੀਦਾ, ਉੱਥੇ ਤੇ ਨਹੀਂ ਹੋਇਆ। ਇਸੇ ਤਰੀਕੇ ਨਾਲ ਉੱਥੇ ਹੁਣ ਬੱਚਿਆਂ ਨੂੰ ਤੁਸੀਂ ਜਿਹੜੇ ਸਵਾਲ ਕੀਤਾ, ਬਿਲਕੁਲ ਉਹਨਾਂ ਨੂੰ ਵੀ ਆਪਣੇ ਚੁਕੰਨੇ ਹੋਣਾ ਚਾਹੀਦਾ, ਚੌਕਸ ਹੋਣਾ ਚਾਹੀਦਾ ਸੀ, ਆਪਣੇ ਪੇਰੈਂਟ ਤਰਸਣਾ ਚਾਹੀਦਾ। ਪੇਰੈਂਟਸ ਤੇ ਪ੍ਰੈਸ਼ਰ ਪਾਉਂਦੇ ਗੌਰਮੈਂਟ ਦੇ ਉੱਤੇ। ਇਸ ਸਭ ਤੋਂ ਵਧੀਆ ਸੀਗਾ ਜਦੋਂ ਪਲੈਨਿੰਗ ਹੋ ਰਹੀ ਸੀ। ਹੁਣ ਪਤਾ ਨਹੀਂ ਰਸ਼ੀਆ ਕਰ ਰਿਹਾ, ਹੁਣ ਪਤਾ ਨਹੀਂ ਕਿ ਰਸ਼ੀਆ ਨੇ ਪਹਿਲੋਂ ਇੱਥੇ ਮੁਲਾਕਾਤ ਹੋ ਚੁੱਕੀ ਹੈ ਕਿ ਤਾਂ ਕਿ ਸ਼ਾਂਤੀ ਦਾ ਮਾਹੌਲ ਪੈਦਾ ਕਰਨ ਵਾਸਤੇ ਪਹਿਲੋਂ ਸਾਰੇ ਜਿਹੜੇ ਹੁਣ ਨਾਟੋ ਕੰਟਰੀਜ਼ 30 ਆਫ ਦੈਮ ਉਹ ਇਕੱਠੇ ਹੋ ਕੇ ਉਹ ਜਦੋਂ ਕੋਸ਼ਿਸ਼ ਕੀਤੀ ਹੈ, ਫਰਾਂਸ ਜਰਮਨੀ ਨੇ ਵੀ, ਅਮਰੀਕਾ ਵੀ ਨਹੀਂ, ਇੰਗਲੈਂਡ ਦੇ ਇਰਾਦੇ ਨੇਕ ਨਹੀਂ ਸਨ, ਠੀਕ ਹੈ। ਅਮਰੀਕਾ ਕਿਉਂਕਿ ਉਹ ਪਹਿਲੋਂ ਆਪਣਾ ਦੇਖ ਚੁੱਕਿਆ ਕੀ ਵਾਪਰਿਆ ਉਹਦਾ, ਉਹ ਭਾਵੇਂ ਉਹ ਕਿਊਬਨ ਮਿਸਾਈਲ ਕੇਸ ਹੋਵੇ, ਭਾਵੇਂ ਉਹ ਵੀਅਤਨਾਮ ਹੋਵੇ, ਤੇ ਭਾਵੇਂ ਹੁਣ ਅਫਗਾਨਿਸਤਾਨ ਹੋਵੇ। ਤੇ ਉਹ ਤੇ ਚੀਨ ਵੀ ਵਿੱਚ ਹੈਗਾ। ਚੀਨ ਇਸ ਕਰਕੇ ਕਿ ਚੀਨ ਤੇ ਚਾਹੁੰਦਾ ਕਿ ਅਮਰੀਕਾ ਅੜਿਆ ਰਹੇ ਰੂਸ ਦੇ ਨਾਲ, ਲੋੜ ਪੈਣ ਤੇ ਉਹ ਫਿਰ ਆਏਗਾ ਤੇ ਖ਼ਤਮ ਕਰਨਾ ਚਾਹੁੰਦਾ। ਮਸਲਾ ਸਾਰਾ ਵਿਸ਼ਵ ਸਰਦਾਰੀ ਦਾ। ਇਸ ਵਾਸਤੇ ਜਿਹੜੀ ਤੁਹਾਡੀ ਗੱਲ ਮੈਂ ਉਸੇ 'ਤੇ ਫਿਰ ਆਉਂਦਾ ਹੋਇਆ ਇਹ ਕਹਿਣਾ, ਬੱਚਿਆਂ ਦਾ ਵੀ ਫਰਜ਼ ਬਣਦਾ ਸੀਗਾ ਉਹਨਾਂ ਨੂੰ ਕਿ ਆਪਣੇ ਮਾਪਿਆਂ ਨੂੰ, ਆਪਣੀ ਸਰਕਾਰ ਨੂੰ ਐਮਬੈਸੀ ਦੇ ਕੋਲ ਜਾਂਦੇ। ਉਸ ਵੇਲੇ ਤੇ ਮੈਂ 2 ਮਹੀਨੇ ਪਹਿਲਾਂ ਦੀ ਗੱਲ ਕਰਦਾ ਪਿਆ ਜਦੋਂ ਕਿ ਤਿਆਰੀਆਂ ਹੋ ਰਹੀਆਂ ਸਨ। ਅੱਛਾ, ਫਿਰ ਪਹਿਲੋਂ ਅਮਰੀਕਾ ਨੇ ਪਹਿਲੇ ਦੱਸਤਾ ਸੀ, ਅਮਰੀਕਾ ਦੀ ਇੰਟੈਲੀਜੈਂਸ ਨੇ ਪਹਿਲੇ ਦੱਸਤਾ ਸੀ, ਅਮਰੀਕਾ ਦੀ ਇੰਟੈਲੀਜੈਂਸ ਨੇ ਦੱਸਤਾ ਸੀ ਤੇ ਉਹ ਰਾਸ਼ਟਰਪਤੀ ਨੂੰ ਪਤਾ ਨਹੀਂ ਸੀ, ਬਾਈਡਨ ਨੂੰ ਉਹਨੇ ਦੱਸਤਾ। ਸਭ ਤੋਂ ਵੱਡੀ ਇਫੈਕਟਿਵ ਜੇ ਇੰਟੈਲੀਜੈਂਸ ਨੈਟਵਰਕ ਹੈਗਾ ਤੇ ਉਹ ਅਮਰੀਕਾ ਦਾ ਹੈਗਾ, ਇਸ ਵੇਲੇ ਹਿੰਦੁਸਤਾਨ 'ਚ ਵੀ ਹੈਗਾ। ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਉਹਨਾਂ ਨੂੰ ਪਤਾ ਲੈ ਲਿਆ। ਤਾਂ ਇਸ ਵਾਸਤੇ ਉਹਨਾਂ ਨੂੰ ਪਤਾ ਸੀਗਾ। ਤੇ ਆਪਣੇ ਬੱਚਿਆਂ ਨੂੰ ਤੁਸੀਂ ਗੱਲ ਜਿਹੜੀ ਕੀਤੀ ਹੈ, ਮੈਂ ਕਹਿੰਦਾ ਕਿ 2 ਮਹੀਨੇ ਪਹਿਲੋਂ, 15 ਦਿਨ ਪਹਿਲੋਂ ਵੀ ਦੇਖੋ ਅਭਿਆਸ ਕਰ ਰਹੇ ਨੇ। ਜਦ ਜੰਗ ਇੱਦਾਂ ਨਹੀਂ, ਮੋਬਿਲਾਈਜੇਸ਼ਨ ਹੁੰਦੀ ਹੈ, ਬੜਾ ਟਾਈਮ ਲੱਗਦਾ। ਕੀਤਾ ਨਹੀਂ ਸੀ ਮਾਨਕ ਸ਼ਾਹ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਏਡੀ ਜਲਦੀ ਨਹੀਂ ਮੈਂ ਅਪ੍ਰੈਲ 'ਚ ਹੁਣ ਜਾ ਸਕਦਾ, ਕਿਉਂਕਿ ਪਹਿਲਾਂ ਤਿਆਰੀ ਕਰਨੀ, ਮੋਬਿਲਾਈਜੇਸ਼ਨ ਕਰਨੀ ਹੈ, ਉੱਥੇ ਅਮਨੀਸ਼ਨ ਡੰਪ ਹੋਣੇ, ਉੱਥੇ ਰਾਸ਼ਨ ਪਾਣੀ ਸਭ ਕੁਝ ਜਾਣਾ, ਫੋਰਸਿਸ ਜਾਣਾ, ਕਿੱਥੇ ਕੀ ਹੋਏਗਾ ਸਾਰਾ ਕੰਟਰੋਲ ਕਰਨਾ ਇੱਕ ਛੋਟਾ ਕੰਮ ਹੈ ਲੜਾਈ ਦੇ। ਉਹ ਤੇ ਪੁੱਤਰ ਨੇ ਤਿਆਰੀ ਕਰ ਰੱਖੀ ਸੀ। ਜੇ ਇੱਕ ਰਿਹਰਸਲ ਹੁੰਦੀ ਹੈ, ਇੱਕ ਰਿਹਰਸਲਾਂ ਵੀ ਕੀਤੀਆਂ ਗਈਆਂ, ਉੱਥੇ ਐਕਸਰਸਾਈਜ਼ ਕੀਤੀਆਂ ਗਈਆਂ, ਆਪਰੇਸ਼ਨ ਵਾਰ। ਫਿਰ ਵਿੱਚੋਂ ਉਹਨਾਂ ਨੇ ਕਹਿ ਤਾ ਕਿ ਠੀਕ ਹੈ ਅਸੀਂ ਹਟ ਜਾਵਾਂਗੇ ਪਿੱਛੇ, ਨਹੀਂ ਚਲੋ ਹੁਣ ਥੋੜ੍ਹਾ ਸ਼ਾਂਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਤੇ ਇਹ ਉਮੀਦ ਹੋਣ ਲੱਗ ਪਈ, ਅਖਬਾਰਾਂ 'ਚ ਵੀ ਆਇਆ, ਇਹ ਉਮੀਦ ਹੋਣ ਲੱਗ ਪਈ ਕਿ ਹੁਣ ਜੰਗ ਦਾ ਖਤਰਾ ਟਲ ਜਾਏਗਾ। ਉਹ ਨਹੀਂ, ਉਹਦੀ ਤਾਂ ਬਹੁਤ ਵੱਡੀ ਸੋਚ ਸੀ ਕਿ ਉਹਨੇ ਠੋਕਣਾ ਸੀਗਾ, ਉਹਨੂੰ ਠੋਕਤਾ। ਉਹਨੇ ਉਦੋਂ ਤੱਕ ਹਟਣਾ ਨਹੀਂ, ਜਦੋਂ ਤੱਕ ਉਹਨੂੰ ਸਰੈਂਡਰ ਉਹ ਕਰਨ ਵਾਸਤੇ ਤਿਆਰ ਨਹੀਂ। ਤੇ ਬੱਚਿਆਂ ਨੇ ਤਾਂ ਫਰਜ਼ ਬਣਦਾ ਸੀ, ਉਹ ਤੁਹਾਡੀ ਗੱਲ ਉੱਥੇ ਫਿਰ ਆਉਂਦੀ ਹੈ। ਤੇ ਇਹ ਸਭ ਤੋਂ ਵੱਡਾ ਮੈਂ ਸਮਝਦਾ ਰੋਲ ਉਹਨਾਂ ਦਾ ਵੀ ਹੈਗਾ। ਸਰਕਾਰ ਉਹਨੂੰ ਐਮਬੈਸੀ ਨੂੰ ਫੜ ਲੈਣਾ ਚਾਹੀਦੀ। ਹੁਣ ਜਾ ਕੇ ਬੈਠੇ ਨੇ, ਉਸ ਟਾਈਮ ਵੀ ਕੀਤਾ ਜਾ ਸਕਦਾ। ਕਾਲੋ ਸਾਹਿਬ, ਇਸ ਦੇ ਨਾਲ ਇੱਕ ਹੋਰ ਕੁਐਸਚਨ ਹੈਗਾ। ਸਾਡੇ ਇਕੱਲੇ ਸਟੂਡੈਂਟ ਉੱਥੇ ਨਹੀਂ ਹੈਗੇ, ਸਾਡੇ ਬੜੇ ਜਿਹੜੇ ਬਾਹਰ ਜਾਣ ਵਾਲੇ ਆ, ਜਿਹੜੇ ਯੂਰਪ 'ਚ ਜਾਣਾ ਚਾਹੁੰਦੇ ਆ, ਉਹਨਾਂ ਨੇ ਵੀ ਯੂਕਰੇਨ ਵਾਲਾ ਰਾਸਤਾ, ਸਾਡੇ ਏਜੰਟਾਂ ਨੇ ਵੀ ਨਾ ਯੂਕਰੇਨ ਵਾਲਾ ਰਾਸਤਾ ਕੱਢਿਆ ਸੀਗਾ। ਸਾਡੇ ਏਜੰਟਾਂ ਨੇ ਕੀ ਕੀਤਾ, ਯੂਕਰੇਨ ਵਿੱਚ ਐਡਮਿਸ਼ਨ ਦਿਲਾਤੀ, ਕਿਸੇ ਨੂੰ 6 ਮਹੀਨੇ ਦੀ, ਕਿਸੇ ਨੂੰ 3 ਮਹੀਨੇ ਦੀ, ਕਿਸੇ ਨੂੰ 4 ਮਹੀਨੇ ਦੇ ਕੋਰਸ 'ਚ ਐਡਮਿਸ਼ਨ ਦਿਲਾ ਦਿੱਤੀ। ਤੇ ਤਾਂ ਕਿ ਤੁਸੀਂ ਸਟੱਡੀ ਬੇਸ ਤੇ ਯੂਕਰੇਨ 'ਚ ਐਡਮਿਸ਼ਨ ਲੈ ਲਓ, ਐਡਮਿਸ਼ਨ ਲੈ ਕੇ ਤੁਹਾਨੂੰ ਵੀਜ਼ਾ ਬੜਾ ਈਜ਼ੀ ਮਿਲ ਜਾਏਗਾ। ਔਰ ਯੂਕਰੇਨ ਤੋਂ ਅਸੀਂ ਤੁਹਾਨੂੰ ਜਿਹੜੇ ਨਾਲ ਵਾਲੇ, ਚਾਹੇ ਪੋਲੈਂਡ ਆ, ਹੋਲੈਂਡ ਆ, ਜਰਮਨੀ ਆ, ਹੋਰ ਜਿੰਨੀਆਂ ਕੰਟਰੀਆਂ ਯੂਰਪ ਦੀਆਂ, ਅਸੀਂ ਤੁਹਾਨੂੰ ਉੱਥੇ ਟ੍ਰਾਂਸਫਰ ਕਰ ਦਾਂਗੇ। ਉਹ ਲੋਕੀ ਪੈਸੇ ਦੇ ਚੁੱਕੇ ਆ, 6-6 8-8 ਲੱਖ ਰੁਪਈਆ ਉਹ ਦੇ ਚੁੱਕੇ ਆ ਯੂਰੋਪੀਅਨ ਕੰਟਰੀ 'ਚ ਜਾਣ ਲਈ। ਉਹ ਬਹੁਤ ਬੁਰੀ ਤਰ੍ਹਾਂ ਫਸ ਗਏ ਨੇ। ਉਹ ਇੰਡੀਆ ਵਾਪਸ ਨਹੀਂ ਆਉਣਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਜਦੋਂ ਅਸੀਂ ਇੱਥੋਂ ਬਾਹਰ ਨਿਕਲੇ, ਇੰਡੀਆ ਵਾਪਸ ਜਾਵਾਂਗੇ ਤਾਂ ਸਾਡੇ ਪੈਸੇ ਡੁੱਬ ਜਾਣਗੇ। ਇਹ ਵੀ ਇੱਕ ਸਥਿਤੀ ਹੈਗੀ ਹੈ ਵੀ ਇਹਨਾਂ ਦੀ ਵੀ ਸੰਖਿਆ ਜਿਹੜੀ ਹੈ ਕਾਫੀ ਅੱਛੀ ਹੈਗੀ ਹੈ, ਜਿਹੜੇ ਕਿ ਉੱਥੇ ਗਏ ਹੋਏ ਨੇ ਔਰ ਵਾਪਸ ਨਹੀਂ ਆਉਣਾ ਚਾਹੁੰਦੇ, ਕਿਉਂਕਿ ਉਹ ਘਰੋਂ ਪੈਸੇ ਖਰਚ ਕੇ ਗਏ ਨੇ ਔਰ ਉਹ ਪੈਸੇ ਵਾਪਸ ਨਹੀਂ ਆਣੇ। ਤੇ ਫਿਰ ਉਹ ਤੇ ਹੁਣੇ ਉੱਥੇ ਉਹਨਾਂ ਨੇ ਆਪਣਾ ਕੋਈ ਬੰਦੋਬਸਤ ਕੀ ਕਰਨਾ। ਬਿਲਕੁਲ ਤੁਹਾਡੀ ਇਹ ਚਿੰਤਾ ਵੀ ਬੜੀ ਜਾਇਜ਼ ਹੈ। ਕਿਉਂਕਿ ਇਹ ਸਾਰਾ ਕੁਝ ਜਿਹੜਾ ਕੁਝ ਹੋਇਆ ਵਾਪਰਿਆ, ਖਾਸ ਤੌਰ 'ਤੇ ਜਿਨ੍ਹਾਂ ਨੂੰ ਇਹ ਇਲੀਗਲ ਤਰੀਕੇ ਨਾਲ ਇਮੀਗ੍ਰੇਸ਼ਨ ਲਈ ਹੈ। ਤੇ ਏਜੰਟ ਤੇ ਹੈ ਹੀ ਨੇ, ਉਹ ਤਾਂ ਸਿਰਫ ਇੱਥੇ ਹੀ ਨਹੀਂ ਬਲਕਿ ਇੰਗਲੈਂਡ ਦੀ ਗੱਲ ਕਰ ਲਓ,
ਤੁਸੀਂ ਕੈਨੇਡਾ ਸਭ ਤੋਂ ਜ਼ਿਆਦਾ ਹੈ, ਉਹਦੀ ਗੱਲ ਕਰ ਲਓ, ਅਮਰੀਕਾ ਦੇ ਕਰ ਲਓ, ਆਸਟ੍ਰੇਲੀਆ ਦੀ ਕਰ ਲਓ। ਇਹ ਤੇ ਏਜੰਟ ਤੇ ਇਹਨਾਂ ਨੇ ਕੰਮ ਕਰੀ ਜਾਣਾ, ਕਰਦੇ ਰਹੇ ਨੇ, ਮਗਰ ਉਹ ਤੁਹਾਡੇ ਜਿਹੜੇ ਹੁਣ ਪੈਸੇ ਇਹ ਲੈ ਜਾਓ, ਇਹ ਤੇ ਏਜੰਟ ਭੁੱਲ ਗਏ ਨਾ, ਉਹਨਾਂ ਦੀ ਥੋੜੀ ਜ਼ਿੰਮੇਵਾਰੀ ਹੈ, ਨਾ ਉਹਨਾਂ ਦੀ ਉਹ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਹਾਂ ਇਹ ਹੁਣ ਜ਼ਿੰਮੇਵਾਰੀ ਜਿੱਥੇ ਗਏ ਲੈ ਕੇ ਗਏ, ਜਿਹੜੇ ਉੱਥੇ ਵੀ ਤੇ ਬੈਠੇ ਨੇ ਇਹਨਾਂ ਦੇ ਕੰਟੈਕਟ ਏਜੰਟ, ਬਿਲਕੁਲ। ਉਹ ਹੁਣ ਕੀ ਕਰਨਗੇ, ਉਹ ਆਪ ਫਸੇ ਬੈਠੇ ਹੋਣਗੇ। ਹੁਣ ਉਹ ਵੀ ਬੜੀ ਚਿੰਤਾਜਨਕ, ਕਿਤਨੇ ਨੇ ਕੀ ਹੈ, ਜਦੋਂ ਉੱਥੇ ਪਹੁੰਚ ਹੀ ਗਏ ਇਲੀਗਲੀ ਪਹੁੰਚ ਕੇ, ਉਹਦਾ ਹੀ ਪਤਾ ਕਰਨਾ, ਉੱਥੋਂ ਹੀ ਸਰਕਾਰ ਵੀ ਲੱਭਦੀ ਰਹਿੰਦੀ ਹੈ, ਪਤਾ ਹੁੰਦਾ। ਇਸ ਵਾਸਤੇ ਇਹ ਵੀ ਬਹੁਤ ਵੱਡਾ ਇੱਕ ਮੁੱਦਾ ਹੈਗਾ, ਔਰ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈਗੀ ਹੈ, ਬਹੁਤ ਵੱਡੀ ਮੈਂ ਸਮਝਿਆ ਕਿ ਚੈਲੰਜ ਹੈਗਾ। ਉਹਨਾਂ ਦਾ ਪੈਸੇ ਖਰਚ ਕਰਕੇ ਗਏ, ਉਹ ਹੁਣ ਉੱਥੇ ਟਿਕੇ ਰਹਿਣ, ਕਿਉਂਕਿ ਉਹ ਸਾਹਿਬ ਮੇਰਾ ਲਾਸਟ ਕੁਐਸਚਨ ਹੈ, ਮੈਂ ਇਹ ਜਾਨਣਾ ਚਾਹੁੰਦਾ ਹਾਂ, ਤੁਹਾਨੂੰ ਕੀ ਲੱਗਦਾ ਇਹ ਜੰਗ ਦਾ ਕੋਈ ਨਤੀਜਾ ਨਿਕਲਦਾ ਤੁਹਾਨੂੰ ਲੱਗਦਾ? ਨਤੀਜਾ ਤਾਂ ਹੀ ਨਿਕਲਣਾ ਹੈ ਕਿ ਜੇਕਰ ਉਹ ਯੂਕਰੇਨ ਮੰਨ ਜਾਏ ਆਪਣੀ ਹਾਰ ਫਾਈਨਲੀ, ਤੇ ਯੂਕਰੇਨ ਜੋ ਹੈ ਉਹ ਜਿਹੜੀਆਂ ਕੁਝ ਸ਼ਰਤਾਂ ਨੇ ਗੱਲਬਾਤ ਦੇ ਨਾਲ ਅਗਰ ਟਾਲਿਆ ਜਾ ਸਕਦਾ, ਤੇ ਉਹ ਗੱਲਬਾਤ ਦੇ ਜ਼ਰੀਏ ਰਸ਼ੀਆ ਦੀ ਜਿਹੜੀ ਸ਼ਰਤਾਂ ਨੇ, ਇੱਕ ਤੇ ਨਾਟੋ ਦਾ ਮੈਂਬਰ, ਉਹਨਾਂ ਨੇ ਕਿਹਾ ਮੈਂਬਰ ਨਹੀਂ ਉਹਦੇ ਛਤਰ ਛਾਇਆ ਹੇਠ ਨਾ, ਇਹ ਤਾਂ ਪਹਿਲਾਂ ਦੀ ਗੱਲ ਚੱਲ ਰਹੀ ਸੀ 2014 'ਚ, ਜਦੋਂ ਕਰਿਆਮਾ ਵਿੱਚ ਉੱਥੇ ਉਹ ਕਾਬੂ ਕੀਤਾ, ਤੇ ਉਦੋਂ ਰਸ਼ੀਆ ਨੇ, ਤੇ ਉਦੋਂ ਦੀ ਗੱਲਬਾਤ ਚੱਲਣ ਰਹੀ ਹੈ। ਤੇ ਇਹ ਅਗਰ ਹੋ ਜਾਂਦਾ ਤੇ ਫਿਰ ਤੇ ਖਤਰਾ ਟਲ ਸਕਦਾ, ਨਹੀਂ ਤੇ ਫਿਰ ਜੇਕਰ ਨਾਟੋ ਕੰਟਰੀ ਅਮਰੀਕਾ ਵੀ ਨਾਲ, ਤੇ ਇਹ ਅਗਰ ਆ ਗਏ ਵਿੱਚ, ਤੇ ਫਿਰ ਤੇ ਤੀਸਰਾ ਵਿਸ਼ਵ ਯੁੱਧ ਹੋਏਗਾ, ਤੇ ਸ਼ਾਇਦ ਫਿਰ ਆਖਰੀ ਯੁੱਧ ਹੋਏਗਾ। ਚਲੋ ਥੈਂਕ ਯੂ। ਇਹ ਸੀਗੇ ਬ੍ਰਿਗੇਡੀਅਰ KS ਕਾਲੋ ਸਾਹਿਬ। ਕਾਲੋ ਸਾਹਿਬ ਦਾ ਕਹਿਣਾ ਹੈ ਕਿ ਸਾਡੇ ਸਟੂਡੈਂਟਸ ਨੂੰ ਜਿਹੜੇ ਕਿ ਯੂਕਰੇਨ ਵਿੱਚ ਫਸੇ ਹੋਏ ਆ, ਉਹਨਾਂ ਨੂੰ ਉਸੇ ਸਮੇਂ ਵਾਪਸ ਲਿਆਂਦਾ ਜਾ ਸਕਦਾ ਜਦੋਂ ਸਾਨੂੰ ਸੇਫ ਪੈਕੇਜ ਸਪੇਸ, ਮਤਲਬ ਕਿ ਜਦੀ ਸਾਨੂੰ ਸੁਰੱਖਿਅਤ ਰਾਸਤਾ ਮਿਲ ਜੇ। ਸੁਰੱਖਿਅਤ ਰਾਸਤਾ ਸਾਨੂੰ ਤਾਂ ਮਿਲ ਸਕਦਾ ਹੈ ਜਦੋਂ ਯੂਕਰੇਨ ਅਤੇ ਰੂਸ ਦੋਨੋਂ ਤਿਆਰ ਹੋ ਜਾਣ, ਔਰ ਦੋਨੋਂ ਤਿਆਰ ਹੋ ਸਕਦੇ ਨੇ। ਕਾਲੋ ਸਾਹਿਬ ਦਾ ਕਹਿਣਾ ਹੈ ਵੀ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ, ਜਿੰਨੀਆਂ ਵੀ ਲੜਾਈਆਂ ਹੋਈਆਂ ਉਸ ਵਿੱਚ ਸੇਫ ਪੈਸੇਜ ਜਿਹੜਾ ਹੈਗਾ ਉਹ ਆਏ ਵਾਰੀ ਦਿੱਤਾ ਜਾਂਦਾ, ਔਰ ਉਹ ਸਾਨੂੰ ਮਿਲ ਸਕਦਾ। ਦੂਜੀ ਕਾਲੋ ਸਾਹਿਬ ਨੇ ਗੱਲ ਕੀਤੀ, ਸਾਨੂੰ ਹਿਊਮਨ ਰਾਈਟਸ ਦੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਉੱਥੇ ਹਿਊਮਨ ਰਾਈਟਸ ਦੀ ਸਭ ਤੋਂ ਜ਼ਿਆਦਾ ਵਾਇਲੇਸ਼ਨ ਹੋ ਰਹੀ ਆ। ਇਸ ਸਮੇਂ ਸਿਰਫ ਸੈਨਿਕ ਨਹੀਂ ਮਰ ਰਹੇ, ਬਲਕਿ ਆਮ ਨਾਗਰਿਕ ਵੀ ਬਹੁਤ ਵੱਡੀ ਸੰਖਿਆ 'ਚ ਮਰ ਰਹੇ ਆ, ਜਿਸ ਵਿੱਚ ਸਾਡੇ ਸਟੂਡੈਂਟ ਵੀ ਹੱਥੋਂ-ਹੱਥ ਹੋ ਰਹੇ ਨੇ, ਮਤਲਬ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ, ਜਿਹੜਾ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ। ਜਦੀ ਸਾਡੇ ਸਟੂਡੈਂਟਸ ਭੁੱਖੇ ਹੈਗੇ ਆ, ਉਹਨਾਂ ਨੂੰ ਖਾਣ ਨੂੰ ਕੁਝ ਨਹੀਂ ਮਿਲ ਰਿਹਾ, ਉਹਨਾਂ ਨੂੰ ਸੌਣ ਲਈ ਜਗ੍ਹਾ ਨਹੀਂ ਮਿਲ ਰਹੀ, ਇਹ ਵੀ ਹਿਊਮਨ ਰਾਈਟਸ ਵਾਇਲੇਸ਼ਨ ਚਾਹੁੰਦਾ। ਤੇ ਸਾਨੂੰ ਇਹ ਮੁੱਦਾ ਜ਼ਰੂਰ ਚੱਕਣਾ ਚਾਹੀਦਾ, ਜਿਸ ਕਰਕੇ ਸਾਡੇ ਜਿਹੜੇ ਬੱਚੇ ਉੱਥੇ ਫਸੇ ਹੋਏ ਆ ਕਿਸੇ ਤਰ੍ਹਾਂ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਸਕਣ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਨੂਮਾ ਜਾਬ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मा दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जा तुड़वाओ, रुस्से नूं मनाउणा। हुणे कॉल करो बाबा सलीम खान 98 199 37 467।